ਪਹਿਲਾਂ ਦੀ ਗੱਲ ਹੈ। ਇੱਕ ਗਰੀਬ ਪਰ ਦਿਲ ਦਾ ਅਮੀਰ ਮੁੰਡਾ ਸੀ, ਨਾਮ ਅਲਾਦੀਨ। ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਅਤੇ ਪੈਸੇ ਕਮਾਉਣ ਵਾਸਤੇ ਔਖੇ ਤੋਂ ਔਖੇ ਕੰਮ ਕਰਦਾ ਸੀ ਤਾਂ ਕਿ ਉਹਨਾਂ ਦਾ ਘਰ ਚੱਲ ਸਕੇ। ਇੱਕ ਦਿਨ ਬਾਜ਼ਾਰ ਵਿੱਚ ਵੇਚਣ ਵਾਸਤੇ ਕੇਲੇ ਲੈਣ ਲਈ ਉਹ ਬਹੁਤ ਦੂਰ ਇੱਕ ਥਾਂ ਜਾ ਰਿਹਾ ਸੀ। ਅਚਾਨਕ ਉਹਨੂੰ ਇੱਕ ਬੰਦਾ ਮਿਲਿਆ ਜਿਹਦੀ ਦਾੜੀ ਸੰਘਣੀ ਅਤੇ ਕੱਦ ਲੰਮਾ ਸੀ। ਉਹ ਆਪਣੇ ਹੱਥ 'ਚ ਸੋਨੇ ਦਾ ਸਿੱਕਾ ਦਿਖਾਉਂਦੇ ਹੋਏ ਬੋਲਿਆ, ਮੇਰੇ ਪੁੱਤਰ, ਮੈਂ ਤੇਰੇ ਪਿਓ ਦਾ ਬਚਪਨ ਦਾ ਦੋਸਤ ਹਾਂ। ਕੀ ਤੈਨੂੰ ਇਹ ਸੋਨੇ ਦਾ ਸਿੱਕਾ ਚਾਹੀਦਾ ਹੈ? ਸੋਨੇ ਦਾ? ਇੰਨਾ ਤਾਂ ਮੈਂ ਜ਼ਿੰਦਗੀ ਭਰ ਕੇਲੇ ਵੇਚ-ਵੇਚ ਕੇ ਵੀ ਨਹੀਂ ਕਮਾ ਪਾਵਾਂਗਾ। ਉਸ ਬੰਦੇ ਨੇ ਅਲਾਦੀਨ ਨੂੰ ਉੱਥੇ ਹੀ ਪੱਥਰ ਦੇ ਥੱਲੇ ਇੱਕ ਟੋਇਆ ਵਿਖਾਇਆ ਅਤੇ ਉਹਨੂੰ ਉੱਥੇ ਜਾਣ ਲਈ ਕਿਹਾ। ਅਲਾਦੀਨ ਨੂੰ ਇਹ ਕੰਮ ਬੜਾ ਸੌਖਾ ਲੱਗਿਆ। ਦੋਨਾਂ ਨੇ ਰਲ ਕੇ ਉਸ ਪੱਥਰ ਨੂੰ ਹਟਾਇਆ ਅਤੇ ਉੱਥੇ ਨਿਕਲੀ ਇੱਕ ਗੁਫਾ। ਆਪਣੀ ਨਿੱਕੀ ਜਿਹੀ ਕੱਦ ਕਾਠੀ ਨੂੰ ਲੈ ਕੇ ਅਲਾਦੀਨ ਉਸ ਦੇ ਅੰਦਰ ਚਲਾ ਗਿਆ ਅਤੇ ਉੱਥੇ ਪੌੜੀਆਂ ਤੋਂ ਉਤਰਦੇ ਹੋਏ ਥੱਲੇ ਜਾਂਦਾ ਰਿਹਾ। ਜਵਾਂ ਹੀ ਥੱਲੇ ਪਹੁੰਚਿਆ ਤਾਂ ਵੇਖਿਆ ਕਿ ਉਸ ਗੁਫਾ ਵਿੱਚ ਰੋਸ਼ਨੀ ਇੱਕ ਪੁਰਾਣੇ ਜਿਹੇ ਚਿਰਾਗ ਚੋਂ ਆ ਰਹੀ ਸੀ। ਉਹ ਚੌਂਕ ਗਿਆ ਜਦੋਂ ਉਹਨੇ ਵੇਖਿਆ ਉੱਥੇ ਪਿਆ ਖਜ਼ਾਨਾ, ਹੀਰੇ, ਮੋਤੀ, ਸੋਨਾ ਕੀ ਨਹੀਂ ਸੀ। ਇਹ ਸਭ ਦੇਖ ਹੀ ਰਿਹਾ ਸੀ ਅਲਾਦੀਨ ਕਿ ਉੱਪਰੋਂ ਇੱਕ ਆਵਾਜ਼ ਆਈ ਜਿਨੇ ਉਹਨੂੰ ਡਰਾ ਹੀ ਦਿੱਤਾ। ਕਾਕਾ, ਤੈਨੂੰ ਇੱਕ ਚਿਰਾਗ ਮਿਲਿਆ ਹੋਣਾ ਹੈ, ਉਹਨੂੰ ਬੁਝਾ ਕੇ ਮੇਰੇ ਕੋਲ ਲਿਆ, ਛੇਤੀ ਚੱਲ। ਅਲਾਦੀਨ ਨੂੰ ਅਜੀਬ ਲੱਗਿਆ ਕਿ ਇੰਨੀ ਸਾਰੀ ਧਨ ਦੌਲਤ ਨੂੰ ਛੱਡ ਕੇ ਉਸ ਬੰਦੇ ਨੂੰ ਚਾਹੀਦਾ ਹੈ ਸਿਰਫ ਇਹ ਪੁਰਾਣਾ ਜਿਹਾ ਚਿਰਾਗ। ਕੋਈ ਐਦਾਂ ਕਿਉਂ ਕਰੇਗਾ? ਹੁਣ ਅਲਾਦੀਨ ਨੂੰ ਡਰ ਲੱਗਣ ਲੱਗਿਆ। ਅਲਾਦੀਨ ਚਿਰਾਗ ਲੈ ਕੇ ਪੌੜੀਆਂ ਤੇ ਉੱਪਰ ਜਾਣ ਲੱਗਿਆ, ਪਰ ਇੰਨੇ 'ਚ ਉਹ ਬੰਦਾ ਚਿल्ला ਪਿਆ, ਦੇ ਮੈਨੂੰ ਇਹ ਚਿਰਾਗ ਛੇਤੀ ਨਾਲ। ਅਲਾਦੀਨ ਨੂੰ ਉਹਦਾ ਚੱਕਰ ਸਮਝ ਨਹੀਂ ਆ ਰਿਹਾ ਸੀ। ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ। ਜੇ ਤੂੰ ਮੈਨੂੰ ਇਹ ਚਿਰਾਗ ਨਹੀਂ ਦਿੱਤਾ ਤਾਂ ਮੈਂ ਤੈਨੂੰ ਇਸੇ ਗੁਫਾ ਵਿੱਚ ਬੰਦ ਕਰ ਦਿਆਂਗਾ। ਹੁਣ ਅਲਾਦੀਨ ਨੂੰ ਸਮਝ ਆ ਗਿਆ ਕਿ ਉਹਦੇ ਇਰਾਦੇ ਨੇਕ ਨਹੀਂ। ਨਹੀਂ, ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ। ਬੇਵਕੂਫ, ਹੁਣ ਤੇਰੀ ਖੈਰ ਨਹੀਂ। ਓਏ, ਬੰਦ ਨਾ ਕਰੋ ਮੈਨੂੰ। ਉਸ ਬੰਦੇ ਨੇ ਪੱਥਰ ਨਾਲ ਗੁਫਾ ਨੂੰ ਬੰਦ ਤਾਂ ਕਰ ਦਿੱਤਾ, ਪਰ ਉਹਦੀ ਮੁੰਦਰੀ ਥੱਲੇ ਡਿੱਗ ਗਈ ਅਤੇ ਪੁੱਜੀ ਅਲਾਦੀਨ ਕੋਲ। ਉਹਨੇ ਚੁੱਕਿਆ ਅਤੇ ਆਪਣੀ ਉਂਗਲੀ 'ਚ ਪਾ ਲਿਆ। ਪਾਉਂਦੇ ਹੀ ਗੁਫਾ ਦੇ ਅੰਦਰ ਬੱਦਲ ਜਿਹੇ ਹੋ ਗਏ ਅਤੇ ਉਹਦੇ 'ਚੋਂ ਨਿਕਲਿਆ ਇੱਕ ਵੱਡਾ ਜਿਹਾ ਜੀਵ। ਡਰ ਦੇ ਮਾਰੇ ਅਲਾਦੀਨ ਫੁੱਸ ਹੋ ਗਿਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ, ਸਿਰਫ 3 ਚੀਜ਼ਾਂ ਹੀ ਮੰਗ ਸਕਦਾ ਹੈ, ਸਿਰਫ 3। ਮੈਂ ਘਰ ਜਾਣਾ ਹੈ। ਪਲਕ ਝਪਕਦੇ ਹੀ ਅਲਾਦੀਨ ਆਪਣੇ ਘਰ ਪਹੁੰਚ ਗਿਆ। ਅਲਾਦੀਨ ਨੂੰ ਵੇਖ ਕੇ ਉਹਦੀ ਮਾਂ ਚੀਖ ਪਈ। ਅਲਾਦੀਨ ਨੇ ਮਾਂ ਨੂੰ ਸਾਰੀ ਕਹਾਣੀ ਦੱਸੀ, ਉਹ ਬੰਦਾ, ਉਹ ਗੁਫਾ, ਉਹ ਖਜ਼ਾਨਾ ਅਤੇ ਉਹ ਚਿਰਾਗ। ਅਲਾਦੀਨ ਉਸ ਚਿਰਾਗ ਤੋਂ ਤੁਲ ਝਾੜਨ ਹੀ ਲੱਗਾ ਸੀ ਕਿ ਉਹਦੇ ਚੋਂ ਧੂਆਂ ਨਿਕਲਿਆ ਅਤੇ ਪੂਰੇ ਕਮਰੇ 'ਚ ਭਰ ਗਿਆ ਅਤੇ ਉਹਦੇ ਚੋਂ ਨਿਕਲਿਆ ਜਿਨੀ। ਵਾਹ ਜੀ ਵਾਹ! ਹਾ, ਕਈ ਵਰਿਆਂ ਤੋਂ ਮੈਂ ਇਸ ਚਿਰਾਗ 'ਚ ਬੰਦ ਸੀ, ਤੁਸੀਂ ਮੈਨੂੰ ਕੱਢ ਲਿਆ। ਕੀ ਮੰਗ ਹੈ ਤੁਹਾਡੀ ਹਜ਼ੂਰ? ਮੰਗੋ। ਇਹ ਹੁਣ ਕਿਹੜੀ ਨਵੀਂ ਮੁਸੀਬਤ ਹੈ? ਇਹੀ ਸੋਚ ਕੇ ਅਲਾਦੀਨ ਅਤੇ ਮਾਂ ਉਹਨੂੰ ਦੇਖਦੇ ਰਹੇ। ਜਿਨੀ ਫੇਰ ਬੋਲਿਆ, ਬੋਲੋ ਹਜ਼ੂਰ, ਕੀ ਫਰਮਾਇਸ਼ ਹੈ? ਠੀਕ ਹੈ, ਮੇਰੇ ਲਈ ਜਾ ਕੇ ਸਵਾਦਿਸ਼ਟ ਖਾਣਾ ਲਿਆਓ। ਅਚਾਨਕ ਇੱਕ ਖਾਣ ਦੀ ਟੇਬਲ ਆ ਗਈ ਅਤੇ ਫਿਰ ਉਹਦੇ ਉੱਤੇ ਸ਼ਾਨਦਾਰ ਖਾਣਾ, ਪੀਣ ਲਈ ਸ਼ਰਬਤ ਅਤੇ ਪੇਸਟਰੀਜ਼ ਅਤੇ ਇੱਕ ਫੂਲਦਾਨ ਵੀ। ਉਸ ਦਿਨ ਤੋਂ ਅਲਾਦੀਨ ਅਤੇ ਮਾਂ ਜੋ ਵੀ ਚਾਹੁੰਦੇ ਸੀ ਜਿੰਨੀ ਲਿਆ ਦਿੰਦਾ ਸੀ। ਉਹ ਖੁਸ਼ੀ ਤੇ ਸ਼ੌਕ ਨਾਲ ਰਹਿਣ ਲੱਗ ਪਏ। ਐਦਾਂ ਹੀ ਵਕਤ ਗੁਜ਼ਰਦਾ ਰਿਹਾ।
ਇੱਕ ਦਿਨ ਉਹ ਬਾਜ਼ਾਰ ਗਿਆ ਤਾਂ ਉਹਨੂੰ ਦਿਖੀ ਇੱਕ ਪਾਲਕੀ। ਪਤਾ ਲੱਗਿਆ ਕਿ ਉਹਦੇ ਵਿੱਚ ਸੀ ਬਾਦਸ਼ਾਹ ਦੀ ਬੇਟੀ ਪ੍ਰਿੰਸੈਸ ਜੈਸਮੀਨ। ਅਲਾਦੀਨ ਨੇ ਉਹਦਾ ਚਿਹਰਾ ਦੇਖਿਆ ਅਤੇ ਉਹਨੂੰ ਪਿਆਰ ਹੋ ਗਿਆ। ਉਹਨੇ ਮਾਂ ਨੂੰ ਜੈਸਮੀਨ ਦੇ ਬਾਰੇ ਦੱਸਿਆ। ਮਾਂ ਨੇ ਜਿੰਨੀ ਤੋਂ ਸੰਦੂਕ ਭਰ ਕੇ ਸੋਨਾ ਲਿੱਤਾ ਅਤੇ ਬਾਦਸ਼ਾਹ ਨੂੰ ਦੇਣ ਰਾਜ ਮਹਿਲ ਗਈ। ਉੱਥੇ ਦੇ ਸਿਪਾਹੀ ਉਹ ਸੰਦੂਕ ਬਾਦਸ਼ਾਹ ਕੋਲ ਲੈ ਗਏ ਅਤੇ ਬਾਦਸ਼ਾਹ ਨੇ ਖੁਸ਼ ਹੋ ਕੇ ਮਾਂ ਨੂੰ ਮਿਲਣ ਲਈ ਕਿਹਾ। ਮਾਂ ਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਪਿਆਰ ਬਾਰੇ ਦੱਸਿਆ ਤੇ ਬਾਦਸ਼ਾਹ ਨੇ ਚਾਹਿਆ ਕਿ ਅਲਾਦੀਨ ਆਪਣੀ ਅਮੀਰੀ ਤੇ ਤਾਕਤ ਨੂੰ ਸਾਬਿਤ ਕਰੇ। ਜੇ ਤੁਹਾਡਾ ਮੁੰਡਾ ਮੇਰਾ ਜਵਾਈ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਕਹੋ ਕਿ 40 ਨੌਕਰਾਂ ਦੇ ਹੱਥ 40 ਸੰਦੂਕ ਭੇਜੇ ਜੋ ਹੀਰੇ ਮੋਤੀ ਸੋਨੇ ਚਾਂਦੀ ਨਾਲ ਭਰੇ ਹੋਣ ਅਤੇ ਉਹਨਾਂ ਦੇ ਮਗਰ 40 ਸਿਪਾਹੀ ਹੋਣ ਉਹਨਾਂ ਦੀ ਸੁਰੱਖਿਆ ਲਈ। ਇਹ ਸੁਣ ਕੇ ਅਲਾਦੀਨ ਦੀ ਮਾਂ ਉਦਾਸ ਹੋ ਕੇ ਮੁੜ ਕੇ ਘਰ ਆ ਗਈ। ਉਹਨਾਂ ਨੂੰ ਯਕੀਨ ਸੀ ਕਿ ਜਿੰਨੀ ਇਹ ਸਭ ਤਾਂ ਨਹੀਂ ਦੇ ਪਾਵੇਗਾ। ਅਲਾਦੀਨ ਨੇ ਫੇਰ ਤੋਂ ਚਿਰਾਗ ਦੇ ਜਿੰਨੀ ਨੂੰ ਸੱਦਿਆ। ਬੋਲੋ ਹਜ਼ੂਰ, ਕੀ ਫਰਮਾਇਸ਼ ਹੈ? ਅਲਾਦੀਨ ਨੇ ਉਹਨੂੰ ਬਾਦਸ਼ਾਹ ਦੀ ਮੰਗ ਦੱਸੀ। ਇਹ ਸੁਣ ਕੇ ਜਿੰਨੀ ਨੇ ਤਾੜੀ ਮਾਰੀ ਅਤੇ ਉਥੋਂ ਦੇ ਉੱਥੇ ਹੀ ਖਜ਼ਾਨਾ ਲੈ ਕੇ 40 ਨੌਕਰ ਤੇ 40 ਸਿਪਾਹੀ ਪ੍ਰਗਟ ਹੋ ਗਏ। ਬਾਦਸ਼ਾਹ ਨੇ ਵੇਖਿਆ ਕਿ ਜੋ ਵੀ ਮੰਗਿਆ ਸੀ ਉਹਨਾਂ ਨੇ ਅਲਾਦੀਨ ਨੇ ਪੂਰਾ ਕਰ ਦਿੱਤਾ ਅਤੇ ਉਹ ਖੁਸ਼ ਹੋ ਗਏ। ਉਹਨਾਂ ਨੇ ਸੋਚਿਆ ਕਿੰਨਾ ਪੈਸਾ ਹੈ ਮੁੰਡੇ ਕੋਲ। ਮੈਂ ਚਾਹੁੰਦਾ ਹਾਂ ਕਿ ਮੇਰੀ ਧੀ ਇੱਕ ਮਹਿਲ ਵਰਗੇ ਘਰ 'ਚ ਰਹੇ। ਜੇ ਉਹਨੂੰ ਏਦਾਂ ਦਾ ਘਰ ਦੇ ਸਕਦੇ ਹੋ ਤਾਂ ਹੀ ਵਿਆਹ ਦੀ ਗੱਲ ਸੋਚੋ। ਅਲਾਦੀਨ ਨੇ ਬਾਦਸ਼ਾਹ ਦੀ ਇੱਛਾ ਜਿੰਨੀ ਨੂੰ ਦੱਸੀ। ਜਿੰਨੀ ਨੇ ਫੇਰ ਤੋਂ ਤਾੜੀ ਮਾਰੀ ਅਤੇ ਉਸੇ ਵੇਲੇ ਇੱਕ ਵੱਡਾ ਸ਼ਾਨਦਾਰ ਮਹਿਲ ਉਹਦੇ ਸਾਹਮਣੇ ਬਣ ਗਿਆ। ਅਲਾਦੀਨ ਨੂੰ ਭਰੋਸਾ ਨਹੀਂ ਹੋ ਰਿਹਾ ਸੀ। ਬਾਦਸ਼ਾਹ ਨੂੰ ਲੱਗਿਆ ਅਲਾਦੀਨ ਤੋਂ ਅਮੀਰ ਮੁੰਡਾ ਨਹੀਂ ਮਿਲੇਗਾ ਕਦੀ ਵੀ। ਉਹਨਾਂ ਦਾ ਵਿਆਹ ਧੂਮ-ਧਾਮ ਨਾਲ ਹੋਇਆ ਅਤੇ 3 ਦਿਨ ਤੱਕ ਜਸ਼ਨ ਚੱਲਦਾ ਰਿਹਾ। ਸਾਰਿਆਂ ਨੂੰ ਅਲਾਦੀਨ ਦੀ ਕਿਸਮਤ ਅਤੇ ਅਮੀਰੀ ਬਾਰੇ ਪਤਾ ਸੀ, ਪਰ ਅਲਾਦੀਨ ਅਤੇ ਉਹਦੀ ਮਾਂ ਨੇ ਜੈਸਮੀਨ ਨੂੰ ਜਿੰਨੀ ਦੇ ਬਾਰੇ ਨਹੀਂ ਦੱਸਿਆ। ਇੱਕ ਦਿਨ ਅਲਾਦੀਨ ਦੇ ਮਹਿਲ ਕੋਲ ਇੱਕ ਬੰਦਾ ਆਇਆ। ਪੁਰਾਣੇ ਚਿਰਾਗ ਦੇ ਦਿਓ, ਪੁਰਾਣੇ ਚਿਰਾਗ ਦੇ ਦਿਓ ਅਤੇ ਉਸ ਦੇ ਬਦਲੇ ਵਿੱਚ ਨਵੇਂ ਲੈ ਲਓ। ਪੁਰਾਣੇ ਚਿਰਾਗ ਦੇ ਦਿਓ ਅਤੇ ਨਵੇਂ ਲੈ ਲਓ। ਜੈਸਮੀਨ ਨੇ ਇਹ ਆਵਾਜ਼ ਸੁਣੀ। ਉਹਨੇ ਸੋਚਿਆ ਕਿ ਪੁਰਾਣੇ ਚਿਰਾਗ ਦੇ ਬਦਲੇ ਨਵਾਂ ਚਿਰਾਗ ਮਿਲ ਜਾਏ ਤਾਂ ਅਲਾਦੀਨ ਬਹੁਤ ਖੁਸ਼ ਹੋ ਜਾਵੇਗਾ। ਉਹਨੇ ਖੁਸ਼ੀ ਨਾਲ ਇੱਕ ਨਵਾਂ ਚਿਰਾਗ ਲੈ ਲਿੱਤਾ। ਇਹ ਬੰਦਾ ਕੋਈ ਹੋਰ ਨਹੀਂ ਬਲਕਿ ਉਹ ਸੀ ਜਿਹਨੇ ਸ਼ੁਰੂਆਤ ਵਿੱਚ ਅਲਾਦੀਨ ਨੂੰ ਗੁਫਾ ਵਿੱਚ ਬੰਦ ਕੀਤਾ ਸੀ। ਉਹਨੇ ਚਿਰਾਗ ਮਿਲਦੇ ਹੀ ਜਿੰਨੀ ਨੂੰ ਕਿਹਾ ਕਿ ਮਹਿਲ ਨੂੰ ਜੈਸਮੀਨ ਦੇ ਨਾਲ ਉਥੋਂ ਹਟਾ ਦਿੱਤਾ ਜਾਵੇ। ਅਲਾਦੀਨ ਜਦੋਂ ਉਸ ਸ਼ਾਮ ਮੁੜਿਆ ਉਹਨੂੰ ਆਪਣਾ ਮਹਿਲ ਕਿਤੇ ਨਹੀਂ ਦਿਸਿਆ। ਉਹ ਸਮਝ ਗਿਆ ਕਿ ਕੁਝ ਗੜਬੜ ਹੋਈ ਹੈ। ਉਹ ਆਪਣੇ ਪੁਰਾਣੇ ਘਰ ਵਿੱਚ ਗਿਆ ਅਤੇ ਗੁਫਾ ਵਿੱਚ ਮਿਲੀ ਹੋਈ ਮੁੰਦਰੀ ਲੱਭੀ। ਉਹਨੂੰ ਉਂਗਲੀ ਵਿੱਚ ਪਾਉਂਦੇ ਹੀ ਉਹ ਵੱਡਾ ਜਿਹਾ ਜੀਵ ਫਿਰ ਹਾਜ਼ਰ ਹੋਇਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ ਸਿਰਫ 2 ਚੀਜ਼ਾਂ। ਮੈਨੂੰ ਜੈਸਮੀਨ ਦੇ ਕੋਲ ਲੈ ਚਲੋ। ਹੱਥੋਂ ਹੱਥ ਉਹ ਮਹਿਲ ਵਿੱਚ ਪਹੁੰਚ ਗਏ। ਕੋਈ ਉਹਨੂੰ ਵੇਖ ਨਾ ਲਵੇ ਇਸ ਕਰਕੇ ਉਹ ਲੁਕ ਗਿਆ। ਜੈਸਮੀਨ ਉਸੇ ਬੰਦੇ ਦੀ ਸੇਵਾ ਕਰ ਰਹੀ ਸੀ ਅਤੇ ਉਹ ਚਿਰਾਗ ਵੀ ਉਹਦੇ ਹੀ ਕੋਲ ਸੀ। ਲੁਕਦੇ ਲੁਕਦੇ ਅਲਾਦੀਨ ਨੇ ਉਹ ਮੁੰਦਰੀ ਫੇਰ ਤੋਂ ਪਾ ਲਈ। ਉਹ ਵੱਡਾ ਜਿਹਾ ਜੀਵ ਫੇਰ ਆ ਗਿਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ ਸਿਰਫ ਇੱਕ ਚੀਜ਼। ਉਸ ਬਦਮਾਸ਼ ਨੂੰ ਹਮੇਸ਼ਾ ਲਈ ਗਹਿਰੀ ਨੀਂਦ ਵਿੱਚ ਸੜਾ ਦਿਓ।
ਛੇਤੀ ਛੇਤੀ ਉਹ ਭੱਜ ਕੇ ਜੈਸਮੀਨ ਦੇ ਕੋਲ ਆ ਗਿਆ, ਜਿਹੜੀ ਉਸ ਬੰਦੇ ਤੋਂ ਡਰੀ ਹੋਈ ਸੀ। ਅਲਾਦੀਨ ਨੂੰ ਵੇਖ ਕੇ ਉਹ ਬੜੀ ਖੁਸ਼ ਹੋਈ। ਹੁਣ ਅਲਾਦੀਨ ਨੇ ਜੈਸਮੀਨ ਨੂੰ ਪੂਰੀ ਕਹਾਣੀ ਸ਼ੁਰੂਆਤ ਤੋਂ ਦੱਸੀ ਅਤੇ ਜੈਸਮੀਨ ਸੁਣ ਕੇ ਚੌਂਕਦੀ ਰਹੀ। ਅਲਾਦੀਨ ਨੇ ਫੇਰ ਤੋਂ ਚਿਰਾਗ ਨੂੰ ਰਗੜਿਆ ਅਤੇ ਬਾਹਰ ਆਇਆ ਉਹੀ ਜਿਨੀ। ਕੀ ਮੰਗ ਹੈ ਤੁਹਾਡੀ ਹਜ਼ੂਰ? ਮੰਗੋ। ਇਸ ਬਦਮਾਸ਼ ਨੂੰ ਇੰਨੀ ਦੂਰ ਪਹੁੰਚਾ ਦਿਓ ਕਿ ਸਾਨੂੰ ਕਦੇ ਲੱਭ ਨਾ ਸਕੇ। ਅਤੇ ਉਹ ਬੰਦਾ ਅਚਾਨਕ ਗਾਇਬ ਹੋ ਗਿਆ। ਅਲਾਦੀਨ ਨੇ ਜਿਨੀ ਨੂੰ ਉਸ ਮਹਿਲ ਨੂੰ ਆਪਣੀ ਥਾਂ ਤੇ ਪਹੁੰਚਾਉਣ ਲਈ ਕਿਹਾ। ਮਹਿਲ ਅਸਮਾਨ 'ਚ ਉੜਦਾ ਹੋਇਆ ਆਪਣੀ ਪੁਰਾਣੀ ਥਾਂ ਤੇ ਪਹੁੰਚਿਆ ਅਤੇ ਉੱਥੇ ਪਹੁੰਚ ਕੇ ਅਲਾਦੀਨ ਆਪਣੀ ਮਾਂ ਦੇ ਕੋਲ ਸੀ ਇੱਕ ਵਾਰੀ ਫੇਰ। ਅਲਾਦੀਨ, ਉਹਦੀ ਮਾਂ ਅਤੇ ਜੈਸਮੀਨ ਨਾਲ ਰਹੇ, ਹਮੇਸ਼ਾ ਖੁਸ਼ੀ-ਖੁਸ਼ੀ। ਬਹੁਤ ਪਹਿਲਾਂ ਇੱਕ ਦੂਰ ਦੇ ਦੇਸ਼ ਵਿੱਚ ਇੱਕ ਸੋਹਣੀ ਤੇ ਪਿਆਰੀ ਜਿਹੀ ਕੁੜੀ ਸੀ। ਉਹਦੀ ਮੰਮੀ ਦੇ ਗੁਜ਼ਰਨ ਤੋਂ ਬਾਅਦ ਉਹਦੇ ਪਾਪਾ ਨੇ ਇੱਕ ਦੂਜੀ ਜਨਾਨੀ ਨਾਲ ਵਿਆਹ ਕਰ ਲਿੱਤਾ। ਇਹ ਮਤਰੇਈ ਮਾਂ ਤਾਂ ਬੁਰੀ ਸੀ ਹੀ, ਉਹਦੀਆਂ ਦੋਨੋਂ ਧੀਆਂ ਵੀ ਉਹਦੇ ਵਰਗੀਆਂ ਹੀ ਸੀ। ਮਤਰੇਈ ਮਾਂ ਤੇ ਮਤਰੇਈਆਂ ਭੈਣਾਂ ਉਹਦੇ ਨਾਲ ਬਹੁਤ ਬੁਰਾ ਸਲੂਕ ਕਰਦੀਆਂ ਸੀ। ਏ ਤੂੰ ਸਾਡੇ ਨਾਲ ਬੈਠੇਂਗੀ? ਬਿਲਕੁਲ ਨਹੀਂ, ਕਿਤੇ ਹੋਰ ਬੈ। ਓਏ ਗਲਾਸ ਟੁੱਟ ਗਿਆ, ਛੇਤੀ ਸਾਫ਼ ਕਰ। ਵੇਖ ਕੀ ਰਹੀ ਹੈ ਤੂੰ? ਇਹਨਾਂ ਦੋਨਾਂ ਦੇ ਮਸਤੀਆਂ ਦੇ ਦਿਨ ਸੀ ਤੇ ਇਸ ਵਿਚਾਰੀ ਦੇ ਸਿਰ ਤੇ ਸਾਰੇ ਕੰਮ ਦਾ ਬੋਝ ਸੀ। ਘਰ ਵਿੱਚ ਸਾਰੇ ਉਹਨੂੰ ਸਿੰਡਰੇਲਾ ਕਹਿੰਦੇ ਸੀ। ਕਦੇ ਫੁਰਸਤ ਹੁੰਦੀ ਤਾਂ ਉਹ ਵੀ ਆਪਣੀ ਬਿੱਲੀ ਦੇ ਨਾਲ ਬੁਝਦੇ ਹੋਏ ਕੋਲਿਆਂ ਦੇ ਕੋਲ ਬਹਿ ਕੇ ਤਾਪ ਸੇਕਦੀ। ਇੱਕ ਦਿਨ ਉਹਨਾਂ ਨੂੰ ਨਿਯੋਤਾ ਆਇਆ ਰਾਜ ਮਹਿਲ ਤੋਂ। ਪ੍ਰਿੰਸ ਦਿਸ਼ਾਨ ਵਿੱਚ ਇੱਕ ਵੱਡੀ ਪਾਰਟੀ ਰੱਖੀ ਗਈ ਹੈ। ਵਿਆਹ ਦੇ ਲਾਇਕ ਸਾਰੀਆਂ ਕੁੜੀਆਂ ਨੂੰ ਸੱਦਾ ਹੈ। ਜਦੋਂ ਮਤਰੇਈ ਮਾਂ ਆਪਣੀ ਧੀਆਂ ਨੂੰ ਤਿਆਰ ਕਰ ਰਹੀ ਸੀ, ਸਿੰਡਰੇਲਾ ਆਪਣਾ ਮਨ ਮਾਰ ਕੇ ਉਹਨਾਂ ਦੀ ਮਦਦ ਕਰ ਰਹੀ ਸੀ। ਪ੍ਰਿੰਸ ਨੂੰ ਉੱਥੇ ਤੁਹਾਡੇ ਦੋਨਾਂ ਤੋਂ ਵੱਧ ਸੋਹਣਾ ਕੋਈ ਨਹੀਂ ਦਿਸਣਾ ਚਾਹੀਦਾ। ਮੈਂ ਕਿਉਂ ਨਹੀਂ ਜਾ ਸਕਦੀ? ਮੈਂ ਵੀ ਤਾਂ ਵਿਆਹ ਦੇ ਲਾਇਕ ਹਾਂ। ਚੰਗਾ, ਇਹ ਕੱਪੜੇ ਪਾ ਕੇ ਤੂੰ ਪਾਰਟੀ 'ਚ ਜਾਏਂਗੀ? ਪਾਰਟੀ ਵਾਲੀ ਸ਼ਾਮ ਸਿੰਡਰੇਲਾ ਘਰ ਵਿੱਚ ਇਕੱਲੀ ਆਪਣੇ ਹਾਲਾਤਾਂ ਤੇ ਰੋ ਰਹੀ ਸੀ। ਉਸੇ ਵੇਲੇ ਚਿਮਨੀ ਵਿੱਚੋਂ ਇੱਕ ਰੋਸ਼ਨੀ ਨਜ਼ਰ ਆਈ ਅਤੇ ਉਸ ਰੋਸ਼ਨੀ ਵਿੱਚੋਂ ਨਿਕਲੀ ਇੱਕ ਖੂਬਸੂਰਤ ਪਰੀ। ਜੋ ਦਿਖ ਰਿਹਾ ਸੀ ਉਹਨੂੰ ਉਹਦੇ ਉੱਤੇ ਯਕੀਨ ਨਹੀਂ ਹੋ ਰਿਹਾ ਸੀ। ਇਹ ਉਹਦੀ ਮਾਂ ਸੀ। ਮੇਰੀ ਧੀਏ, ਮਾਂ, ਮੈਂ ਤੇਰੀ ਮਦਦ ਕਰਨ ਆਈ ਹਾਂ। ਤੂੰ ਵੀ ਰਾਜ ਮਹਿਲ ਦੀ ਪਾਰਟੀ ਵਿੱਚ ਜਾਏਂਗੀ। ਮੈਂ ਹਾਂ ਨਾ? ਅੱਛਾ, ਕਿੱਦਾਂ? ਜਾ ਅਤੇ ਗਾਰਡਨ ਵਿੱਚੋਂ ਸਭ ਤੋਂ ਵੱਡਾ ਕੱਦੂ ਲੈ ਕੇ ਆ ਅਤੇ ਬਿੱਲੀ ਮਾਸੀ ਉਸ 7 ਚੂਹੇ ਫੜ ਕੇ ਲਿਆ। ਉਸ ਪਰੀ ਨੇ ਪਲਕ ਝਪਕਦੇ ਹੀ ਆਪਣੇ ਜਾਦੂ ਨਾਲ ਉਸ ਕੱਦੂ ਨੂੰ ਇੱਕ ਸ਼ਾਨਦਾਰ ਬੱਗੀ ਵਿੱਚ ਬਦਲ ਦਿੱਤਾ। ਚੂਹਿਆਂ ਵਿੱਚੋਂ ਇੱਕ ਨੂੰ ਉਹਨੇ ਡਰਾਈਵਰ ਬਣਾਇਆ ਤੇ ਬਾਕੀ 6 ਚੂਹੇ ਬਣ ਗਏ ਜਾਨਦਾਰ ਘੋੜੇ। ਹੁਣ ਤੇਰੀ ਵਾਰੀ। ਮੈਂ ਤਾਂ ਬਿਲਕੁਲ ਰਾਜਕੁਮਾਰੀ ਲੱਗ ਰਹੀ ਹਾਂ, ਪਰ ਮਾਂ, ਮੈਨੂੰ ਨੱਚਣਾ ਨਹੀਂ ਆਂਦਾ। ਜੇ ਪ੍ਰਿੰਸ ਦੇ ਨਾਲ ਡਾਂਸ ਕਰਨਾ ਪਿਆ ਤਾਂ? ਇਹਨਾਂ ਜਾਦੂਈ ਜੁੱਤੀਆਂ ਨੂੰ ਪਾ ਕੇ ਸਭ ਤੋਂ ਵਧੀਆ ਨੱਚੇਂਗੀ ਤੂੰ। ਤੈਨੂੰ ਪ੍ਰਿੰਸ ਦੇ ਨਾਲ ਜ਼ਰੂਰ ਨੱਚਣਾ ਚਾਹੀਦਾ ਹੈ, ਪਰ ਧਿਆਨ ਰੱਖੀ
ਇਹ ਸਾਰਾ ਜਾਦੂ ਅੱਧੀ ਰਾਤ ਤੱਕ ਹੀ ਰਹੇਗਾ, ਯਾਨੀ ਤੈਨੂੰ ਉੱਥੋਂ 12 ਵਜੇ ਤੋਂ ਪਹਿਲਾਂ ਨਿਕਲਣਾ ਪਵੇਗਾ। ਪੱਕਾ, ਮੈਂ ਆ ਜਾਵਾਂਗੀ ਅੱਧੀ ਰਾਤ ਤੋਂ ਪਹਿਲਾਂ। ਤੁਸੀਂ ਮੈਨੂੰ ਫੇਰ ਤੋਂ ਮਿਲੋਗੇ ਨਾ? ਮੈਂ ਹਮੇਸ਼ਾ ਤੇਰੇ ਨਾਲ ਹਾਂ। ਜਿੱਦਾਂ ਹੀ ਸਾਡੀ ਸਿੰਡਰੇਲਾ ਰਾਜ ਮਹਿਲ ਪਹੁੰਚਦੀ ਹੈ, ਸਭ ਦੇ ਸਭ ਉਹਨੂੰ ਵੇਖ ਕੇ ਚਕਾਚੌਂਧ ਹੋ ਜਾਂਦੇ ਨੇ। ਦੋਨੋਂ ਮਤਰਈਆਂ ਭੈਣਾਂ ਉਹਨੂੰ ਪਛਾਣ ਹੀ ਨਹੀਂ ਸਕੀਆਂ ਤੇ ਸਾਡਾ ਪ੍ਰਿੰਸ ਤਾਂ ਮਰ ਮੁੱਕਿਆ ਸੀ। ਮਹਾਰਾਜ ਤੇ ਮਹਾਰਾਣੀ ਵੀ ਉਹਨੂੰ ਬਹੁਤ ਚਾਹੁੰਦੇ ਸੀ। ਪ੍ਰਿੰਸੈਸ ਹੋਵੇ ਤਾਂ ਐਦਾਂ ਦੀ। ਪ੍ਰਿੰਸ ਤੋਂ ਰਿਹਾ ਨਹੀਂ ਗਿਆ ਤੇ ਉਹ ਸਿੰਡਰੇਲਾ ਦੇ ਨਾਲ ਨੱਚਣ ਲੱਗ ਪਿਆ। ਕਿਆ ਖੂਬ ਨੱਚ ਰਹੀ ਸੀ ਉਹ। ਉਹਦੇ ਕੋਲ ਉਹ ਜੁੱਤੇ ਜੋ ਸੀ। ਮਤਰੇਈ ਮਾਂ ਤੇ ਭੈਣਾਂ ਜਲਨ ਦੇ ਮਾਰੇ ਧੂਆਂ ਹੋ ਰਹੀਆਂ ਸੀ। ਇੰਨੀ ਖੁਸ਼ ਸੀ ਸਿੰਡਰੇਲਾ ਕਿ ਉਹਨੂੰ ਵਕਤ ਦਾ ਹੋਸ਼ ਹੀ ਨਹੀਂ ਰਿਹਾ ਅਤੇ ਉਹ ਮੰਮੀ ਨੂੰ ਕੀਤਾ ਹੋਇਆ ਵਾਅਦਾ ਭੁੱਲ ਗਈ। ਅਤੇ ਇੱਕਦਮ ਉਹਨੂੰ ਘੜੀ ਦਿਸਦੀ ਹੈ। 12 ਵੱਜਣ ਹੀ ਵਾਲੇ ਸੀ। ਪ੍ਰਿੰਸ ਨੂੰ ਉੱਥੇ ਹੀ ਛੱਡ ਕੇ ਉਹ ਪੌੜੀਆਂ ਵਿੱਚੋਂ ਥੱਲੇ ਭੱਜੀ। ਭੱਜਦੇ ਹੋਏ ਉਹਦਾ ਇੱਕ ਜੁੱਤਾ ਪਿੱਛੇ ਛੁੱਟ ਗਿਆ, ਪਰ ਹੁਣ ਉਹ ਉਹਨੂੰ ਜਾ ਕੇ ਚੱਕ ਵੀ ਨਹੀਂ ਸਕਦੀ ਸੀ। ਪ੍ਰਿੰਸ ਉਹਨੂੰ ਲੱਭਦਾ ਹੋਇਆ ਉੱਥੇ ਪਹੁੰਚਿਆ ਤੇ ਉਹਨੂੰ ਮਿਲਿਆ ਉਹੀ ਜੁੱਤਾ। ਇਹ ਜੁੱਤਾ ਜਿੱਦਾਂ ਵੀ ਹੈ ਉਹਨੂੰ ਲੱਭੋ, ਦੁਨੀਆ ਭਰ ਵਿੱਚ ਕਿੱਥੇ ਵੀ ਹੋਵੇ ਮਿਲਣੀ ਚਾਹੀਦੀ ਹੈ। ਸਿਪਾਹੀ ਪੂਰੇ ਰਾਜ ਦੇ ਹਰ ਇੱਕ ਘਰ ਵਿੱਚ ਜਾ ਕੇ ਕੁੜੀਆਂ ਨੂੰ ਉਹ ਜੁੱਤਾ ਪਾ ਕੇ ਵੇਖਦੇ ਰਹੇ, ਪਰ ਉਹ ਜੁੱਤਾ ਕਿਸੇ ਦੇ ਵੀ ਪੈਰ ਵਿੱਚ ਜਚਿਆ ਨਹੀਂ। ਫਿਰ ਉਹ ਪਹੁੰਚੇ ਸਿੰਡਰੇਲਾ ਦੇ ਘਰ। ਦੋਨੋਂ ਭੈਣਾਂ ਨੇ ਵੀ ਕੋਸ਼ਿਸ਼ ਕੀਤੀ। ਥੋੜਾ ਜਿਹਾ ਹੋਰ ਜ਼ੋਰ ਲਾਓ, ਆ ਜਾਵੇਗਾ। ਕੀ ਹੈ ਨਾ, ਮੇਰੀ ਧੀ ਵਿਚਾਰੀ ਦਾ ਪੈਰ ਸੁੱਜ ਗਿਆ ਹੈ ਕੰਮ ਕਰ ਕਰਕੇ। ਪਰ ਉਹ ਜੁੱਤਾ ਕਿਸੇ ਦੇ ਮੇਚ ਨਹੀਂ ਆਇਆ। ਸਿਪਾਹੀਆਂ ਨੂੰ ਇੱਕ ਹੋਰ ਕੁੜੀ ਦਿਸੀ ਘਰ ਵਿੱਚ। ਘਰ ਵਿੱਚ ਇੱਕ ਹੋਰ ਕੁੜੀ ਹੈ। ਸਿੰਡਰੇਲਾ ਦੇ ਪੈਰ ਵਿੱਚ ਆਂਦੇ ਹੀ ਉਹ ਜੁੱਤਾ ਜਚ ਗਿਆ ਤੇ ਸਿਪਾਹੀ ਖੁਸ਼ ਹੋਏ, ਪਰ ਮਾਂ ਤੇ ਭੈਣਾਂ ਨਹੀਂ। ਤੁਸੀਂ ਸਾਡੇ ਨਾਲ ਰਾਜ ਮਹਿਲ ਚਲੋ ਸਾਹਿਬਾ, ਸਾਡੇ ਪ੍ਰਿੰਸ ਨੂੰ ਤੁਹਾਡੀ ਉਡੀਕ ਹੈ। ਸਿੰਡਰੇਲਾ ਦੇ ਰਾਜ ਮਹਿਲ ਪਹੁੰਚਣ ਤੇ ਪ੍ਰਿੰਸ ਨੇ ਉਹਨੂੰ ਹੱਥੋਂ ਹੱਥ ਪਛਾਣ ਲਿਆ ਤੇ ਉਹਦੀ ਖੁਸ਼ੀ ਦੇਖਦੇ ਹੀ ਬਣਦੀ ਸੀ। ਇੱਕ ਸੱਚੇ ਪ੍ਰੇਮੀ ਦੀ ਤਰ੍ਹਾਂ ਪ੍ਰਿੰਸ ਨੇ ਸਿੰਡਰੇਲਾ ਨੂੰ ਵਿਆਹ ਲਈ ਪੁੱਛਿਆ। ਪ੍ਰਿੰਸੈਸ, ਤੁਸੀਂ ਮੇਰੇ ਨਾਲ ਵਿਆਹ ਕਰੋਗੀ? ਬਿਨਾਂ ਕਿਸੇ ਝਿਜਕ ਦੇ ਸਿੰਡਰੇਲਾ ਨੇ ਇਹ ਰਿਸ਼ਤਾ ਮਨਜ਼ੂਰ ਕਰ ਲਿਆ ਅਤੇ ਉਹ ਖੁਸ਼ੀਆਂ ਦੀ ਛਾਵੇਂ ਆਪਣੀ ਜ਼ਿੰਦਗੀ ਬਿਤਾਉਣ ਲੱਗੀ। ਮੇਰੇ ਜੁੱਤੇ ਦਾ ਜਾਦੂ ਅਜੇ ਵੀ ਕਿਵੇਂ ਚੱਲ ਰਿਹਾ ਹੈ? ਮੈਂ ਹਮੇਸ਼ਾ ਤੇਰੇ ਨਾਲ ਹਾਂ। ਹੁਣ ਸਮਝੀ ਮੰਮੀ, ਇਹ ਤੁਸੀਂ ਹੀ ਕੀਤਾ ਹੈ ਸਭ। ਇੱਕ ਖੂਬਸੂਰਤ ਦਿਨ ਦੀ ਗੱਲ ਹੈ। ਐਲਿਸ ਆਪਣੀ ਦੀਦੀ ਨਾਲ ਪਿਕਨਿਕ ਤੇ ਗਈ ਸੀ। ਦੀਦੀ ਆਪਣੀ ਕਿਤਾਬ ਪੜ੍ਹ ਰਹੀ ਸੀ ਅਤੇ ਸਾਡੀ ਐਲਿਸ ਬੋਰ ਹੋ ਰਹੀ ਸੀ। ਉਸੇ ਵੇਲੇ ਇੱਕ ਚਿੱਟਾ ਖਰਗੋਸ਼ ਉੱਥੋਂ ਲੰਘਿਆ। ਉਹ ਖਰਗੋਸ਼ ਆਪਣੇ ਆਪ ਨਾਲ ਗੱਲ ਕਰ ਰਿਹਾ ਸੀ। ਐਲਿਸ ਨੂੰ ਬੜਾ ਅਜੀਬ ਲੱਗਿਆ ਕਿ ਖਰਗੋਸ਼ ਗੱਲ ਕਿਵੇਂ ਕਰ ਰਿਹਾ ਹੈ। ਖਰਗੋਸ਼ ਨੇ ਪਾਕਟ ਵਿੱਚੋਂ ਇੱਕ ਘੜੀ ਕੱਢੀ ਤੇ ਬੋਲਿਆ, ਓਹੋ ਕਿੰਨਾ ਲੇਟ ਹੋ ਗਿਆ ਮੈਂ। ਐਲਿਸ ਹੈਰਾਨ ਹੋ ਕੇ ਵੇਖ ਰਹੀ ਸੀ ਸਭ ਅਤੇ ਉਹ ਖਰਗੋਸ਼ ਦੇ ਮਗਰ ਤੁਰ ਪਈ। ਖਰਗੋਸ਼ ਨੇ ਇੱਕ ਪੇੜ ਤੇ ਚੜ੍ਹ ਕੇ ਉਹਦੇ ਤਣੇ ਵਿੱਚ ਛਾਲ ਮਾਰੀ ਅਤੇ ਐਲਿਸ ਨੇ ਵੀ ਉਹਦੇ ਮਗਰ ਛਾਲ ਮਾਰੀ। ਅੰਦਰ ਉਹ ਡਿੱਗਦੀ ਹੀ ਜਾ ਰਹੀ ਸੀ, ਜਿਵੇਂ ਕੋਈ ਡੂੰਘਾ ਖੂਹ ਹੋਵੇ
ਉਹ ਥੱਲੇ ਹੋਰ ਥੱਲੇ ਡਿੱਗਦੇ ਹੋਏ ਉਹਨੂੰ ਕਈ ਚੀਜ਼ਾਂ ਦਿਖ ਰਹੀਆਂ ਸੀ। ਫਰਨੀਚਰ, ਖਾਣ ਦੀਆਂ ਚੀਜ਼ਾਂ ਅਤੇ ਬਹੁਤ ਕੁਝ। ਉਹਦੀ ਜਿਵੇਂ ਦੁਨੀਆ ਹੀ ਘੁੰਮ ਰਹੀ ਸੀ। ਅਖੀਰ 'ਚ ਉਹ ਇੱਕ ਗੱਦੇ ਤੇ ਜਾ ਡਿੱਗੀ। ਉੱਠਦੇ ਹੀ ਉਹਦੇ ਸਾਹਮਣੇ ਇੱਕ ਕੋਰੀਡੋਰ ਸੀ, ਲੰਮਾ ਜਿਹਾ, ਅਤੇ ਉਹ ਤੁਰ ਕੇ ਜਾਣ ਲੱਗੀ। ਉਹਨੂੰ ਕਈ ਸਾਰੇ ਬੂਹੇ ਦਿਖੇ ਜਿਹੜੇ ਲੌਕਡ ਸੀ। ਅਚਾਨਕ ਖਰਗੋਸ਼ ਗਾਇਬ ਹੋ ਗਿਆ। ਹੁਣ ਉਹਨੂੰ ਚਿੰਤਾ ਹੋਣ ਲੱਗੀ ਸੀ ਕਿ ਉਹ ਬਾਹਰ ਕਿਵੇਂ ਨਿਕਲੇਗੀ। ਉਸੇ ਵੇਲੇ ਉਹਨੂੰ ਟੇਬਲ ਤੇ ਪਈ ਮਿਲੀ ਇੱਕ ਚਾਬੀ। ਇਸ ਚਾਬੀ ਨੂੰ ਉਹਨੇ ਉਹਨਾਂ ਬੂਹਿਆਂ ਚਲਾਇਆ, ਪਰ ਚਾਬੀ ਬਹੁਤ ਛੋਟੀ ਪੈ ਰਹੀ ਸੀ। ਇੱਧਰ ਉੱਧਰ ਦੇਖਣ ਤੇ ਉਹਨੂੰ ਪਰਦੇ ਦੇ ਪਿੱਛੇ ਲੁਕਿਆ ਹੋਇਆ ਦਿਖਿਆ ਇੱਕ ਨਿੱਕਾ ਜਿਹਾ ਬੂਹਾ, ਅਤੇ ਉਹਦੇ 'ਚ ਚਾਬੀ ਲਾਉਂਦੇ ਹੀ ਆਬਰਾਕਡਾਬਰਾ ਬੂਹਾ ਖੁੱਲ ਗਿਆ। ਅਤੇ ਖੁੱਲਦੇ ਹੀ ਐਲਿਸ ਨੇ ਜੋ ਵੇਖਿਆ, ਵਾਹ! ਉਹਨੇ ਵੇਖਿਆ ਇੱਕ ਬਹੁਤ ਸੋਹਣਾ ਗਾਰਡਨ। ਪਰ ਐਲਿਸ ਉੱਥੇ ਜਾ ਨਹੀਂ ਪਾ ਰਹੀ ਸੀ ਕਿਉਂਕਿ ਬੂਹਾ ਨਿੱਕਾ ਸੀ। ਉਹ ਜਦੋਂ ਵਾਪਸ ਅੰਦਰ ਆਈ, ਟੇਬਲ ਤੇ ਇੱਕ ਬੋਤਲ ਪਈ ਸੀ ਜਿੱਦੇ ਉੱਤੇ ਲਿਖਿਆ ਸੀ ਡਰਿੰਕ ਮੀ। ਐਲਿਸ ਗਟ-ਗਟ ਕਰਕੇ ਉਹਨੂੰ ਪੀਣ ਲੱਗੀ। ਜਿੰਨਾ ਉਹ ਜਾਦੂਈ ਸ਼ਰਬਤ ਪੀ ਰਹੀ ਸੀ, ਉਨੀ ਹੀ ਉਹ ਨਿੱਕੀ ਹੁੰਦੀ ਜਾ ਰਹੀ ਸੀ। ਹੁਣ ਉਹ ਇੰਨੀ ਨਿੱਕੀ ਹੋ ਗਈ ਕਿ ਬੂਹੇ ਤੋਂ ਬਾਹਰ ਨਿਕਲ ਸਕਦੀ ਸੀ। ਪਰ ਜਦੋਂ ਉਹਨੇ ਚਾਬੀ ਵੱਲ ਵੇਖਿਆ ਤਾਂ ਪਤਾ ਲੱਗਿਆ ਕਿ ਉਹ ਉਸ ਤੱਕ ਪਹੁੰਚ ਨਹੀਂ ਪਾਵੇਗੀ। ਉਹ ਰੋਣ ਲੱਗ ਪਈ। ਉਸੇ ਵੇਲੇ ਉਹਨੂੰ ਫਲੋਰ ਤੇ ਇੱਕ ਕੇਕ ਦਿਖਿਆ ਅਤੇ ਉਸ ਕੇਕ ਤੇ ਲਿਖਿਆ ਸੀ ਈਟ ਮੀ। ਐਲਿਸ ਨੇ ਉਸ ਕੇਕ ਚੋਂ ਇੱਕ ਟੋਟਾ ਲੈ ਕੇ ਖਾਧਾ। ਖਾਂਦੇ ਹੀ ਉਹ ਵਾਪਸ ਵੱਡੀ ਹੋਣ ਲੱਗੀ। ਹੁਣ ਉਹ ਚਾਬੀ ਤਾਂ ਚੱਕ ਲੈਂਦੀ, ਪਰ ਉਸ ਬੂਹੇ ਚੋਂ ਕਿਵੇਂ ਨਿਕਲੇਗੀ? ਐਲਿਸ ਬਹੁਤ ਦੁਖੀ ਹੋ ਗਈ। ਉਹ ਫੇਰ ਤੋਂ ਰੋਣ ਲੱਗ ਪਈ। ਉਹ ਇੰਨਾ ਰੋਈ ਕਿ ਉਹਦੇ ਹੰਝੂਆਂ ਨਾਲ ਦਰਿਆ ਜਿਹਾ ਬਣ ਗਿਆ। ਉਸੇ ਵੇਲੇ ਉਹ ਖਰਗੋਸ਼ ਉੱਥੋਂ ਹੜਬੜੀ 'ਚ ਭੱਜ ਕੇ ਗਿਆ। ਐਲਿਸ ਨੇ ਸੱਦਿਆ, ਪਲੀਜ਼ ਰੁਕੋ, ਹੈਲਪ ਮੀ। ਪਰ ਉਹ ਜਾਂਦਾ ਹੀ ਰਿਹਾ, ਦੇਖਿਆ ਵੀ ਨਹੀਂ ਮੁੜ ਕੇ। ਪਰ ਜਾਂਦੇ ਹੋਏ ਉਹਦੇ ਗਲਵਜ਼ ਅਤੇ ਹੈਂਡ ਫੈਨ ਡਿੱਗ ਗਏ। ਐਲਿਸ ਨੇ ਉਹਦਾ ਸਮਾਨ ਚੁੱਕਿਆ ਅਤੇ ਜਿਵੇਂ ਹੀ ਉਹਨੇ ਹੈਂਡ ਫੈਨ ਨਾਲ ਹਵਾ ਚੱਲੀ, ਉਹ ਫੇਰ ਨਿੱਕੀ ਹੋਣ ਲੱਗੀ। ਉਸੇ ਵੇਲੇ ਉਹ ਸਲਿੱਪ ਹੋ ਕੇ ਆਪਣੇ ਹੰਝੂਆਂ ਦੇ ਦਰਿਆ 'ਚ ਡਿੱਗ ਪਈ। ਐਲਿਸ ਅਤੇ ਕਈ ਜਾਨਵਰ ਵੀ ਉਹਦੇ 'ਚੋਂ ਬਹਿ ਕੇ ਨਿਕਲਣ ਲੱਗੇ। ਜਦੋਂ ਉਹ ਬਾਹਰ ਨਿਕਲੇ, ਸਭ ਭਿੱਜ ਚੁੱਕੇ ਸੀ। ਐਲਿਸ ਨੂੰ ਫੇਰ ਤੋਂ ਉਹ ਖਰਗੋਸ਼ ਦਿਖਿਆ। ਖਰਗੋਸ਼ ਨੂੰ ਲੱਗਿਆ ਕਿ ਐਲਿਸ ਉਹਦੀ ਮੇਡ ਹੈ। ਉਹਨੇ ਉਹਨੂੰ ਉਹਦੇ ਘਰ ਜਾ ਕੇ ਉਹਦੇ ਗਲਵਜ਼ ਤੇ ਹੈਂਡ ਫੈਨ ਲਿਆਉਣ ਨੂੰ ਕਿਹਾ। ਐਲਿਸ ਜੰਗਲ 'ਚ ਖਰਗੋਸ਼ ਦੇ ਘਰ ਗਈ। ਅੰਦਰ ਜਾਂਦੇ ਹੀ ਉਹਨੂੰ ਗਲਵਜ਼ ਅਤੇ ਹੈਂਡ ਫੈਨ ਮਿਲ ਗਏ। ਟੇਬਲ ਤੇ ਇੱਕ ਬੋਤਲ ਵੀ ਦਿਖੀ। ਉਹਦੇ ਕੋਲ ਪਹੁੰਚ ਕੇ ਉਹਨੇ ਸੋਚਿਆ, ਇਹਨੂੰ ਪੀ ਲਵਾਂ। ਉਹਨੇ ਬੋਤਲ ਲੈ ਕੇ ਜਾਦੂਈ ਸ਼ਰਬਤ ਪੂਰੀ ਪੀ ਲਈ। ਉਲਟਾ ਉਹ ਇੰਨੀ ਵੱਡੀ ਹੋ ਗਈ ਕਿ ਘਰ ਦੇ ਅੰਦਰ ਵੀ ਆ ਨਹੀਂ ਪਾ ਰਹੀ ਸੀ। ਹੁਣ ਮੈਂ ਕੀ ਕਰਾਂ? ਵਾਪਸ ਨਾਰਮਲ ਸਾਈਜ਼ ਤੇ ਕਿਵੇਂ ਪਹੁੰਚੇ ਹੋ? ਦੂਜੇ ਪਾਸੇ ਖਰਗੋਸ਼ ਐਲਿਸ ਦੇ ਲਈ ਵੇਟ ਕਰ ਰਿਹਾ ਸੀ। ਐਲਿਸ ਤੋਂ ਡਰ ਕੇ ਜਾਨਵਰ ਉਸ ਘਰ ਤੇ ਪੱਥਰ ਸੁੱਟਣ ਲੱਗੇ। ਜਿਹੜਾ ਵੀ ਪੱਥਰ ਐਲਿਸ ਦੇ ਕੋਲ ਪਹੁੰਚ ਰਿਹਾ ਸੀ, ਉਹ ਕੇਕ ਬਣ ਰਿਹਾ ਸੀ। ਐਲਿਸ ਇਹ ਕੇਕ ਖਾਂਦੇ ਹੀ ਫੇਰ ਨਿੱਕੀ ਹੋਣ ਲੱਗੀ ਅਤੇ ਉਸ ਘਰ ਚੋਂ ਨਿਕਲ ਸਕੀ। ਪਰ ਇਸ ਵਾਰੀ ਉਹ ਬਹੁਤ ਜ਼ਿਆਦਾ ਨਿੱਕੀ ਹੋ ਚੁੱਕੀ ਸੀ। ਇੰਨੀ ਨਿੱਕੀ ਕਿ ਉਹ ਪੇੜ ਪੌਦਿਆਂ ਦੇ ਵਿਚਾਲੇ ਗੁਆਚ ਰਹੀ ਸੀ। ਵਾਪਸ ਨਾਰਮਲ ਸਾਈਜ਼ ਤੇ ਕਿਵੇਂ ਪਹੁੰਚੇ ਹੋ? ਉਹਨੂੰ ਦੂਰ ਇੱਕ ਪੱਪੀ ਦਿਖਾਈ ਦਿੱਤਾ। ਉਹਨੇ ਉਹਨੂੰ ਪੁਚਕਾਰਨ ਲਈ ਬੁਲਾਇਆ।
ਉਹਦੇ ਕੋਲ ਆਂਦੇ ਹੀ ਉਹਨੂੰ ਪਤਾ ਲੱਗਿਆ ਕਿ ਉਹ ਕਿੰਨੀ ਨਿੱਕੀ ਹੋ ਗਈ ਸੀ। ਉਹ ਪੱਪੀ ਦੇ ਹੇਠਾਂ ਕੁਚਲੀ ਜਾਣ ਤੋਂ ਮਸਾਂ ਬਚੀ। ਉਹ ਭੱਜਦੀ ਹੋਈ ਇੱਕ ਮਸ਼ਰੂਮ ਦੇ ਨਾਲ ਜਾ ਟਕਰਾਈ। ਉਹਦੇ ਉੱਤੇ ਇੱਕ ਬਲੂ ਕੈਟਰਪਿਲਰ ਬੈਠਾ ਸੀ। ਐਲਿਸ ਨੇ ਉਹਨੂੰ ਪੁੱਛਿਆ ਕਿ ਕਿੱਦਾਂ ਨਾਰਮਲ ਹੋ ਸਕਦੀ ਹਾਂ ਮੈਂ। ਕੈਟਰਪਿਲਰ ਮੁਸਕਰਾ ਕੇ ਬੋਲਿਆ, ਮਸ਼ਰੂਮ ਦਾ ਇੱਕ ਸਾਈਡ ਤੈਨੂੰ ਵੱਡਾ ਕਰ ਸਕਦਾ ਹੈ ਤੇ ਦੂਜਾ ਸਾਈਡ ਨਿੱਕਾ। ਐਲਿਸ ਨੇ ਇੱਕ ਛੋਟਾ ਮਸ਼ਰੂਮ ਦਾ ਟੋਟਾ ਖਾਧਾ ਅਤੇ ਇੰਨੀ ਵੱਡੀ ਹੋ ਗਈ ਕਿ ਉਹਨੂੰ ਆਪਣੇ ਪੈਰ ਹੀ ਨਜ਼ਰ ਨਹੀਂ ਆ ਰਹੇ ਸੀ। ਤੇ ਹੁਣ ਨਾਰਮਲ ਹੋਣ ਵਾਸਤੇ ਉਹਨੇ ਦੂਜੇ ਸਾਈਡ ਦਾ ਮਸ਼ਰੂਮ ਖਾਧਾ। ਦੋਨੋਂ ਸਾਈਡ ਦਾ ਪੋਰਾ ਖਾ ਕੇ ਉਹ ਫਾਈਨਲੀ ਆਪਣੇ ਨਾਰਮਲ ਸਾਈਜ਼ ਤੱਕ ਪਹੁੰਚ ਗਈ। ਦੋਵੇਂ ਸਾਈਡ ਤੋਂ ਇੱਕ ਟੋਟਾ ਲੈ ਕੇ ਆਪਣੇ ਹੱਥ 'ਚ ਰੱਖਿਆ। ਅੱਗੇ ਵੱਧਦੇ ਹੋਏ ਉਹਨੂੰ ਇੱਕ ਨਿੱਕਾ ਜਿਹਾ ਘਰ ਦਿਖਿਆ, ਪਰ ਉਹਦੇ ਅੰਦਰ ਜਾਣ ਵਾਸਤੇ ਉਹਨੂੰ ਫੇਰ ਨਿੱਕਾ ਹੋਣਾ ਸੀ। ਮਸ਼ਰੂਮ ਦਾ ਟੋਟਾ ਖਾ ਕੇ ਉਹ ਨਿੱਕੀ ਹੋ ਗਈ। ਘਰ ਦੇ ਅੰਦਰ ਐਲਿਸ ਕਿਚਨ ਵਿੱਚ ਪਹੁੰਚੀ। ਉੱਥੇ ਡਚਸ ਆਪਣੇ ਜਵਾਕ ਨਾਲ ਖੜੀ ਸੀ ਅਤੇ ਉੱਥੇ ਇੱਕ ਮੋਟਾ ਬਿੱਲਾ ਵੀ ਸੀ। ਐਲਿਸ ਤੇ ਹੱਸ ਰਿਹਾ ਸੀ। ਐਲਿਸ ਨੇ ਪਹਿਲੀ ਵਾਰੀ ਕੋਈ ਮੁਸਕਰਾਉਂਦਾ ਹੋਇਆ ਬਿੱਲਾ ਵੇਖਿਆ। ਤੁਹਾਡਾ ਬਿੱਲਾ ਹੱਸ ਕਿਉਂ ਰਿਹਾ ਹੈ? ਕਿਉਂਕਿ ਇਹ ਚੈਸ਼ਰ ਕੈਟ ਹੈ, ਡਚਸ ਬੋਲੀ। ਉਸੇ ਵੇਲੇ ਉਹ ਬਿੱਲਾ ਗਾਇਬ ਹੋ ਗਿਆ ਅਤੇ ਡਚਸ ਦਾ ਜਵਾਕ ਰੋਣ ਲੱਗਿਆ। ਡਚਸ ਨੇ ਜਵਾਕ ਐਲਿਸ ਨੂੰ ਦਿੱਤਾ। ਤੂੰ ਇਹਨੂੰ ਖਿਡਾ ਜਦ ਤੱਕ ਇਹ ਸੋ ਨਹੀਂ ਜਾਂਦਾ। ਮੈਂ ਕੁਈਨ ਦੇ ਨਾਲ ਕ੍ਰਿਕਟ ਖੇਡਣ ਜਾ ਰਹੀ ਹਾਂ। ਐਲਿਸ ਨੇ ਜਵਾਕ ਨੂੰ ਖਿਡਾਉਣਾ ਸ਼ੁਰੂ ਕੀਤਾ। ਉਸੇ ਵੇਲੇ ਉਹ ਬਿੱਲਾ ਵਾਪਸ ਤੋਂ ਪ੍ਰਗਟ ਹੋਇਆ ਅਤੇ ਹੱਸ ਕੇ ਬੋਲਣ ਲੱਗਾ, ਤੈਨੂੰ ਮੈਡ ਹੈਟਰ ਤੇ ਮਾਰਚ ਹੇਅਰ ਨੂੰ ਲੱਭਣਾ ਹੋਏਗਾ। ਸੰਭਲ ਕੇ ਕਮਲਾ ਹੈ ਜ਼ਰਾ। ਐਲਿਸ ਗੁੱਸੇ ਨਾਲ ਉਹਦੇ ਉੱਤੇ ਚੀਖੀ, ਬਾਰ-ਬਾਰ ਗਾਇਬ ਹੋਣਾ, ਪ੍ਰਗਟ ਹੋਣਾ ਬੰਦ ਕਰ। ਠੀਕ ਹੈ, ਮੈਂ ਹੌਲੀ-ਹੌਲੀ ਗਾਇਬ ਹੋ ਸਕਦਾ। ਪਹਿਲਾਂ ਪੂੰਛ ਗਈ, ਫਿਰ ਢਿੱਡ ਗਿਆ ਅਤੇ ਪੈਰ। ਉਹ ਗਾਇਬ ਹੋਣ ਲੱਗਿਆ। ਸਿਰਫ ਚਿਹਰਾ ਹੀ ਰਹਿ ਗਿਆ ਸੀ। ਐਲਿਸ ਬਾਹਰ ਗਈ ਅਤੇ ਉਹਨੂੰ ਮਾਰਚ ਹੈਰ ਦਾ ਘਰ ਮਿਲ ਗਿਆ। ਮਾਰਚ ਹੈਰ ਮੈਡ ਹੈਟਰ ਦੇ ਨਾਲ ਚਾਹ ਪੀ ਰਿਹਾ ਸੀ। ਮਾਰਚ ਹੈਰ ਦੇ ਕੰਨਾਂ ਵਿਚਾਲੇ ਪੂਸ ਰੱਖਿਆ ਸੀ। ਐਲਿਸ ਨੂੰ ਸਮਝ ਵੀ ਨਹੀਂ ਆਇਆ ਕਿ ਕਿਉਂ, ਅਤੇ ਮੈਡ ਹੈਟਰ ਨੇ ਇੱਕ ਹੈਟ ਪਾਇਆ ਹੋਇਆ ਸੀ। ਇੱਕ ਚੂਹਾ ਆਰਾਮ ਨਾਲ ਟੇਬਲ ਤੇ ਸੁੱਤਾ ਪਿਆ ਸੀ ਅਤੇ ਇਹ ਦੋਵੇਂ ਉਹਨੂੰ ਸਰਹਾਣੇ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਸੀ। ਐਲਿਸ ਦੇ ਆਂਦੇ ਹੀ ਦੋਵੇਂ ਚਿੱਲਾ ਪਏ ਕਿ ਥਾਂ ਨਹੀਂ ਹੈ। ਐਲਿਸ ਬੋਲੀ, ਇੰਨੀ ਸਾਰੀ ਤਾਂ ਥਾਂ ਹੈ। ਮੈਡ ਹੈਟਰ ਐਲਿਸ ਨੂੰ ਪੁੱਛਦਾ ਹੈ, ਕੰਨ ਕਿਉਂ ਇੱਕ ਟੇਬਲ ਵਰਗਾ ਲੱਗਦਾ ਹੈ? ਤੁਸੀਂ ਦੱਸੋ। ਮੈਨੂੰ ਨਹੀਂ ਪਤਾ। ਐਲਿਸ ਇਹਨਾਂ ਦੋਨਾਂ ਦੀਆਂ ਗੱਲਾਂ ਤੇ ਸਵਾਲਾਂ ਤੋਂ ਪਰੇਸ਼ਾਨ ਹੋ ਗਈ। ਇਹ ਸਭ ਤੋਂ ਬਕਵਾਸ ਮੀਟਿੰਗ ਰਹੀ ਹੈ, ਉਹ ਬੋਲੀ। ਐਲਿਸ ਨੂੰ ਇੱਕ ਬੂਹਾ ਦਿਖਿਆ, ਇੱਕ ਪੇੜ ਦੇ ਤਣੇ ਵਿੱਚ। ਅੰਦਰ ਆਂਦੇ ਹੀ ਉਹਨੂੰ ਇੱਕ 골ਡਨ ਚਾਬੀ ਮਿਲੀ। ਉਸ ਚਾਬੀ ਨਾਲ ਇੱਕ ਬੂਹਾ ਖੁੱਲਿਆ ਗਾਰਡਨ ਦਾ। ਇਹ ਗਾਰਡਨ ਸੀ ਕੁਈਨ ਆਫ ਹਾਰਟਸ ਦਾ ਅਤੇ ਸਾਰੇ ਵਾਈਟ ਰੋਜ਼ਸ ਨੂੰ ਰੈੱਡ ਪੇਂਟ ਕੀਤਾ ਜਾ ਰਿਹਾ ਸੀ। ਸਾਰੇ ਲੋਕੀ ਤਾਸ਼ ਦੇ ਪੱਤਿਆਂ ਵਰਗੇ ਸੀ। ਐਲਿਸ ਨੇ ਪੁੱਛਿਆ, ਕਿਉਂ ਪੇਂਟ ਕਰ ਰਹੇ ਹੋ ਸਾਰੇ ਵਾਈਟ ਰੋਜ਼ਸ ਨੂੰ ਰੈੱਡ? ਗਾਰਡਨਰ ਬੋਲਿਆ, ਕੁਵੀਨ ਨੂੰ ਰੈੱਡ ਰੋਜ਼ਸ ਚਾਹੀਦੇ ਸੀ, ਪਰ ਅਸੀਂ ਗਲਤੀ ਨਾਲ ਵਾਈਟ ਰੋਜ਼ਸ ਉਗਾ ਦਿੱਤੇ। ਕੁਵੀਨ ਨੂੰ ਪਤਾ ਲੱਗਿਆ ਤਾਂ ਸਾਡੀ ਖੈਰ ਨਹੀਂ। ਉਸੇ ਵੇਲੇ
ਕੁਈਨ ਆਫ ਹਾਰਟਸ ਉੱਥੇ ਆਈ। ਪਹਿਲੀ ਵਾਰੀ ਦਿਖੀ ਇਸ ਕੁੜੀ ਨੂੰ ਕੁਈਨ ਆਫ ਹਾਰਟਸ ਨੇ ਕ੍ਰਿਕਟ ਖੇਡਣ ਲਈ ਸੱਦਿਆ। ਐਲਿਸ ਨੇ ਏਦਾਂ ਦਾ ਕ੍ਰਿਕਟ ਫੀਲਡ ਕਦੇ ਨਹੀਂ ਦੇਖਿਆ ਸੀ ਪਹਿਲਾਂ। ਗੇਮ ਦੇ ਵਿਚਾਲੇ ਖਿਡਾਰੀ ਇੱਕ ਦੂਜੇ ਤੇ ਹੌਗਜ਼ ਸੁੱਟ ਕੇ ਲੜਨ ਲੱਗੇ। ਇਹ ਤਾਂ ਕੁਈਨ ਨੂੰ ਬਹੁਤ ਬੁਰਾ ਲੱਗਿਆ। ਉਹ ਗੁੱਸੇ 'ਚ ਚਿল্ਲਾਈ, ਸਾਰੇ ਖਿਡਾਰੀਆਂ ਦੇ ਸਿਰ ਕਲਮ ਕਰ ਦਿੱਤਾ ਜਾ। ਉਹਨਾਂ ਨੇ ਕ੍ਰਿਕਟ ਪਾਰਟੀ ਕੈਂਸਲ ਕਰ ਦਿੱਤੀ। ਸਾਰੇ ਕੋਰਟ ਦੇ ਵੱਲ ਗਏ। ਕੁਈਨ ਦੇ ਕਿਚਨ 'ਚੋਂ ਪਾਈ ਚੋਰੀ ਕਰਨ ਵਾਲੇ ਜੈਕ ਆਫ ਹਾਰਟਸ ਉੱਤੇ ਕੇਸ ਸੀ। ਕੁਈਨ ਹਾਦਸੇ ਦੇ ਸਮੇਂ ਜੈਕ ਆਫ ਹਾਰਟਸ ਨੂੰ ਨਹੀਂ ਫੜ ਸਕੀ ਸੀ ਤੇ ਸਜ਼ਾ ਕਿਵੇਂ ਦਿੰਦੀ? ਜੈਕ ਆਫ ਹਾਰਟਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਖਰਗੋਸ਼ ਨੇ ਇੱਕ ਕਾਗਜ਼ ਤੋਂ ਪੜ੍ਹਨਾ ਸ਼ੁਰੂ ਕੀਤਾ। ਇੱਕ ਸੰਡੇ ਦੀ ਗੱਲ ਹੈ, ਸਾਡੀ ਕੁਈਨ ਆਫ ਹਾਰਟਸ ਨੇ ਪਾਈ ਬਣਾਈਆਂ ਸੀ ਅਤੇ ਜੈਕ ਆਫ ਹਾਰਟਸ ਨੇ ਉਹਨਾਂ ਨੂੰ ਚੋਰੀ ਕਰ ਲਿੱਤਾ। ਕਿੰਗ ਨੇ ਕਿਹਾ, ਪਹਿਲੇ ਵਿਟਨੈਸ ਨੂੰ ਬੁਲਾਇਆ ਜਾਏ। ਪਹਿਲਾ ਵਿਟਨੈਸ ਸੀ ਮੈਡ ਹੈਟਰ। ਮੈਡ ਹੈਟਰ ਦੇ ਗੱਲ ਕਰਦੇ ਕਰਦੇ ਐਲਿਸ ਅਚਾਨਕ ਤੋਂ ਵਧਣ ਲੱਗ ਪਈ। ਖਰਗੋਸ਼ ਨੇ ਐਲਿਸ ਨੂੰ ਵਿਟਨੈਸ ਸਟੈਂਡ ਤੇ ਆਉਣ ਲਈ ਕਿਹਾ। ਆਪਣਾ ਨਾਮ ਸੁਣਦੇ ਹੀ ਐਲਿਸ ਖੜੀ ਹੋ ਗਈ। ਉਹ ਇੰਨੀ ਵੱਡੀ ਹੋ ਚੁੱਕੀ ਸੀ ਫਿਰ ਤੋਂ ਕਿ ਉਹਦੀ ਡਰੈਸ ਜੂਰੀ ਦੇ ਬੈਂਚ ਵਿੱਚ ਫਸ ਗਈ। ਉਹ ਬੈਂਚ ਪੁੱਠੀ ਹੋ ਗਈ ਅਤੇ ਕੁਝ ਜੂਰੀ ਮੈਂਬਰਸ ਵੀ ਡਿੱਗ ਗਏ। ਕੁਈਨ ਨੇ ਐਲਿਸ ਨੂੰ ਸਭ ਕੁਝ ਦੱਸਣ ਨੂੰ ਕਿਹਾ। ਮੈਨੂੰ ਕੁਝ ਨਹੀਂ ਪਤਾ, ਐਲਿਸ ਬੋਲੀ। ਨਹੀਂ ਪਤਾ? ਏਦਾਂ ਵੀ ਸਿਰ ਕਲਮ ਕਰ ਦਵੋ, ਐਲਿਸ ਨੇ ਹਿੰਮਤ ਨਾਲ ਕਿਹਾ। ਤੁਹਾਡੇ ਆਰਡਰਸ ਮੈਂ ਕਿਉਂ ਮੰਨਾਂ? ਤੁਸੀਂ ਮੇਰੀ ਕੁਈਨ ਨਹੀਂ ਹੋ। ਤੁਹਾਡਾ ਕੋਈ ਹੱਕ ਨਹੀਂ ਮੇਰੇ ਉੱਤੇ। ਜਿਵੇਂ ਹੀ ਐਲਿਸ ਨੇ ਇਹ ਕਿਹਾ, ਕੁਈਨ, ਕਿੰਗ ਅਤੇ ਸਾਰੇ ਤਾਸ਼ ਦੇ ਪੱਤੇ ਐਲਿਸ ਵੱਲ ਨੂੰ ਉੱਡਣ ਲੱਗ ਪਏ। ਐਲਿਸ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਐਲਿਸ ਨੂੰ ਇੱਕ ਹਨੇਰੀ ਬਣ ਕੇ ਘੇਰਨ ਲੱਗ ਪਏ ਅਤੇ ਉਹਨੂੰ ਵੀ ਆਪਣੇ ਅੰਦਰ ਖਿੱਚ ਲਿਆ। ਘੁੰਮ ਕੇ ਐਲਿਸ ਉਹਨਾਂ ਤਾਸ਼ ਦੇ ਪੱਤਿਆਂ ਦੇ ਨਾਲ ਪਹੁੰਚ ਗਈ। ਹਰੇ ਪੱਤੇ ਤੇ ਫੁੱਲਾਂ ਦੇ ਵਿੱਚ ਉਹਦੀ ਦੀਦੀ ਨੇ ਆਵਾਜ਼ ਲਗਾਈ, ਐਲਿਸ ਉੱਠ ਵੀ ਜਾ ਹੁਣ। ਜਦੋਂ ਉਹ ਉੱਠੀ ਤਾਂ ਸਮਝੀ ਕਿ ਸਭ ਇੱਕ ਸੁਪਨਾ ਸੀ। ਵਾਓ, ਕੀ ਸੁਪਨਾ ਸੀ! ਦੀਦੀ, ਮੈਂ ਸੁਣਾਵਾਂ ਆਪਣਾ ਸੁਪਨਾ ਤੁਹਾਨੂੰ। ਇੱਕ ਖਰਗੋਸ਼ ਜੈਕਟ ਪਾਏ ਹੋਏ